ਹੈਲੋ ਸਟੂਡੈਂਟਸ, ਉਮੀਦ ਕਰਦਾ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅਤੇ ਬਹੁਤ ਹੀ ਵਧੀਆ ਢੰਗ ਨਾਲ ਆਪਣੀ ਜਿਹੜੀ ਪੜ੍ਹਾਈ ਆ ਉਹ ਕਰ ਰਹੇ ਹੋਵੋਗੇ। ਸੋ ਅਸੀਂ ਕਰ ਰਹੇ ਹਾਂ ਕਲਾਸ 10th ਚੈਪਟਰ 6 ਟ੍ਰਾਇੰਗਲਸ ਐਕਸਰਸਾਈਜ਼ 6.2 ਕੁਐਸਚਨ ਸੈਕੰਡ। ਸੋ ਕੁਐਸਚਨ ਸੈਕੰਡ ਦੇ ਵਿੱਚ ਸਾਡੇ ਕੋਲ ਕੀ ਗਿਵਨ ਦਿੱਤਾ ਗਿਆ ਹੈ ਕਿ ਕਿਸੇ ਇੱਕ ਤ੍ਰੈਭੁਜ ਦਿੱਤੀ ਗਈ ਹੈ PQR। ਸੋ ਸਭ ਤੋਂ ਪਹਿਲਾਂ ਅਸੀਂ ਇੱਕ ਤ੍ਰੈਭੁਜ ਬਣਾਉਂਦੇ ਹਾਂ PQR। ਸੋ ਇਸ ਤ੍ਰੈਭੁਜ ਦੇ ਉੱਪਰ ਸਾਡੇ ਕੋਲ ਕਿਹਾ ਗਿਆ ਹੈ ਕਿ ਭੁਜਾਵਾਂ PQ ਅਤੇ PR ਉੱਤੇ ਬਿੰਦੂਆਂ E ਅਤੇ F ਸਥਿਤ ਹਨ। ਸੋ ਕਿਹੜੇ ਕਿਹੜੇ ਬਿੰਦੂ ਸਥਿਤ ਹਨ ਸਾਡੇ ਕੋਲ? E ਅਤੇ F। ਸੋ PQ ਤੇ ਸਾਡੇ ਕੋਲ ਬਿੰਦੂ ਹੈ ਇੱਕ E ਬਿੰਦੂ ਅਤੇ PR ਤੇ ਸਾਡੇ ਕੋਲ ਬਿੰਦੂ ਹੈ F ਸਥਿਤ। ਸੋ ਹੇਠ ਲਿਖਿਆਂ ਵਿੱਚੋਂ ਇਟ ਮੀਨਸ ਕਿ ਹੇਠ ਲਿਖਿਆਂ ਵਿੱਚੋਂ ਮਤਲਬ ਕਿ ਫਰੋਮ ਦਾ ਫੋਲੋਇੰਗ 1 2 ਐਂਡ 3 ਪਾਰਟਸ ਜਿਹੜੇ ਵੀ ਤਿੰਨ ਭਾਗ ਦਿੱਤੇ ਗਏ ਹਨ ਸਾਡੇ ਕੋਲ, ਦੱਸੋ ਕਿ EF ਸਮਾਂਤਰ ਹੈ QR। ਸੋ ਅਸੀਂ ਦੱਸਣਾ ਕੀ ਹੈ? EF ਸਮਾਂਤਰ ਹੈ QR। ਸੋ ਇਹ ਅਸੀਂ ਦੱਸਣਾ ਹੈ। ਦੱਸੋ। ਸੋ ਇਹਨਾਂ ਦੋਵਾਂ ਪੁਆਇੰਟਸ ਨੂੰ ਅਸੀਂ ਆਪਸ ਵਿੱਚ ਮਿਲਾ ਦਿੰਦੇ ਹਾਂ। ਹੁਣ ਅਸੀਂ ਫਸਟ ਕੁਐਸਚਨ ਦੀ ਗੱਲ ਕਰਦੇ ਹਾਂ ਜਦੋਂ, ਤਾਂ ਦੇਖੋ PE ਕਿੰਨੀ ਹੈ? 3.9 ਸੈਂਟੀਮੀਟਰ। ਸੋ PE ਇਹ ਸਾਡੇ ਕੋਲ ਹੈ 3.9 ਸੈਂਟੀਮੀਟਰ। EQ ਦਿੱਤੀ ਗਈ ਹੈ ਸਾਡੇ ਕੋਲ 3 ਸੈਂਟੀਮੀਟਰ। PF ਦਿੱਤੀ ਗਈ ਹੈ ਸਾਡੇ ਕੋਲ 3.6 ਸੈਂਟੀਮੀਟਰ ਅਤੇ FR ਦਿੱਤੀ ਗਈ ਹੈ ਸਾਡੇ ਕੋਲ 2.4 ਸੈਂਟੀਮੀਟਰ। ਹੁਣ ਅਗਰ ਥਿਊਰਮ ਥਿਊਰਮ ਦੀ ਗੱਲ ਕਰੀਏ ਤਾਂ ਸਾਡੇ ਕੋਲ ਕੀ ਹੋਏਗਾ? PE ਓਵਰ EQ ਬਰਾਬਰ PF ਓਵਰ FR। ਨਾਲ ਲਿਖਦੇ ਅਸੀਂ ਥਿਊਲਜ਼ ਥਿਊਰਮ ਤੋਂ। ਸੋ ਥਿਊਲਜ਼ ਥਿਊਰਮ ਦੇ ਵਿੱਚ ਕੀ ਸੀ ਸਾਡੇ ਕੋਲ ਕਿ ਜਦੋਂ ਇੱਕ ਭੁਜਾ ਤ੍ਰੈਭੁਜ ਦੀ ਕਿਸੇ ਦੂਸਰੀ ਭੁਜਾ ਦੇ ਸਮਾਂਤਰ ਹੋਵੇ ਤਾਂ ਬਾਕੀ ਦੋ ਭੁਜਾਵਾਂ ਨੂੰ ਸਮਾਨ ਅਨੁਪਾਤ ਦੇ ਵਿੱਚ ਵੰਡਦੀ ਹੈ। ਤੇ ਫਿਰ ਸਾਡੇ ਕੋਲ ਇੱਕ ਆਉਂਦੀ ਹੈ ਥਿਊਰਮ, ਥਿਊਲਜ਼ ਥਿਊਰਮ ਦਾ ਉਲਟ ਥਿਊਰਮ ਆਉਂਦੀ ਹੈ। ਉਸ ਦੇ ਵਿੱਚ ਕੀ ਹੈ ਕਿ ਜਦੋਂ ਸਾਡੇ ਕੋਲ ਦੋ ਭੁਜਾਵਾਂ ਆਪਸ ਵਿੱਚ ਸਮਾਂਤਰ ਹੋਣ ਤ੍ਰੈਭੁਜ ਦੀਆਂ, ਦੇਖੋ ਮਤਲਬ ਕਿ ਜਿਹੜੀ ਇੱਕ ਭੁਜਾ ਅਸੀਂ ਦੋ ਭੁਜਾਵਾਂ ਨੂੰ ਕੱਟਦੀ ਹੋਈ ਬਣਾਉਂਦੇ ਹਾਂ, ਇਟ ਮੀਨਸ ਇਹ ਵਾਲੀ ਭੁਜਾ, ਜੇਕਰ ਇਹ ਦੋਵੇਂ ਆਪਸ ਵਿੱਚ ਸਮਾਂਤਰ ਹਨ ਤਾਂ ਦੱਸੋ ਕਿ ਇਹਨਾਂ ਦੋਵਾਂ ਦਾ ਜਿਹੜਾ ਅਨੁਪਾਤ ਹੈ ਸਾਡੇ ਕੋਲ ਬਰਾਬਰ ਹੋਏਗਾ। ਇਹ ਸਾਡੇ ਕੋਲ ਥਿਊਲਜ਼ ਥਿਊਰਮ ਸੀ। ਅਤੇ ਦੂਸਰੀ ਸਾਡੇ ਕੋਲ ਕੀ ਹੈ ਕਿ ਜਦੋਂ ਸਾਡੇ ਕੋਲ ਇਹਨਾਂ ਦੋ ਭੁਜਾਵਾਂ ਜੋ ਆਪਸ ਵਿੱਚ ਕੱਟ ਰਹੀਆਂ ਹਨ ਸਾਡੇ ਕੋਲ, ਠੀਕ ਹੈ, ਜੋ ਸੋ ਸਾਨੂੰ ਥਿਊਲਜ਼ ਥਿਊਰਮ ਕੀ ਦੱਸਦੀ ਹੈ ਕਿ ਜਦੋਂ ਤ੍ਰੈਭੁਜ ਦੇ ਕਿਸੇ ਇੱਕ ਭੁਜਾ ਦੇ ਸਮਾਂਤਰ ਦੂਜੀ ਭੁਜਾ ਖਿੱਚੀ, ਇੱਕ ਭੁਜਾ ਹੋਰ ਖਿੱਚੀ ਜਾਵੇ ਤਾਂ ਬਾਕੀ ਦੋ ਭੁਜਾਵਾਂ ਨੂੰ ਸਮਾਨ ਅਨੁਪਾਤ ਵਿੱਚ ਵੰਡਦੀ ਹੈ, ਜੋ ਅਸੀਂ ਲਿਖਿਆ ਹੈ। ਅਤੇ ਦੂਸਰਾ ਹੈ ਸਾਡੇ ਕੋਲ ਥਿਊਲਜ਼ ਥਿਊਰਮ ਦਾ ਉਲਟ। ਉਸ ਦੇ ਵਿੱਚ ਕੀ ਹੈ ਸਾਡੇ ਕੋਲ ਕਿ ਜਦੋਂ ਇੱਕ ਤ੍ਰੈਭੁਜ ਦੀ ਭੁਜਾ ਦੇ ਸਮਾਂਤਰ ਕੋਈ ਵੀ ਰੇਖਾ ਖਿੱਚ ਲਈ ਜਾਂਦੀ ਹੈ, ਮਤਲਬ ਕੋਈ ਰੇਖਾ ਖਿੱਚ ਲਈ ਅਸੀਂ, ਮਤਲਬ ਕਿ ਸਮਾਂਤਰ ਨਹੀਂ ਕਿਹਾ ਗਿਆ ਸਾਨੂੰ, ਭੁਜਾ ਖਿੱਚ ਲਈ ਅਸੀਂ, ਉਹ ਦੋ ਭੁਜਾਵਾਂ ਜਿਹੜੀਆਂ ਆਪਸ ਵਿੱਚ ਜਿਹੜੀਆਂ ਨੇ ਸਮਾਨ ਅਨੁਪਾਤ ਵਿੱਚ ਹਨ, ਠੀਕ ਹੈ। ਸਭ ਤੋਂ ਪਹਿਲਾਂ ਸਾਡੇ ਕੋਲ ਆਉਂਦਾ ਕਿ ਇਸ ਤਰ੍ਹਾਂ ਸਮਾਨ ਅਨੁਪਾਤ ਹੈ ਸਾਡੇ ਕੋਲ, ਤਾਂ ਦੱਸੋ ਜਿਹੜੀ ਭੁਜਾ ਕੱਟ ਰਹੀ ਹੈ ਇਹਨਾਂ ਦੋਵਾਂ ਭੁਜਾਵਾਂ ਨੂੰ, ਉਹ ਭੁਜਾ ਜਿਹੜੀ ਤੀਜੀ ਭੁਜਾ ਦੇ ਸਮਾਂਤਰ ਹੈ ਤਾਂ ਦੱਸੋ ਕਿ ਦੋਵੇਂ ਆਪਸ ਵਿੱਚ ਸਮਾਂਤਰ ਹਨ ਕਿ ਨਹੀਂ ਹਨ। ਸੋ ਇੱਥੇ ਸਾਡੇ ਕੋਲ ਰੂਲ ਕਿਹੜਾ ਆ ਜਾਏਗਾ? ਸਾਡੇ ਕੋਲ ਥਿਊਲਜ਼ ਥਿਊਰਮ ਦਾ ਉਲਟ ਆ ਜਾਏਗਾ। ਸੋ ਥਿਊਲਜ਼ ਥਿਊਰਮ ਤੋਂ ਉਲਟ। ਸੋ ਸਭ ਤੋਂ ਪਹਿਲਾਂ ਅਸੀਂ ਥਿਊਰਮਸ ਦਾ ਜਿਹੜਾ ਕਿ ਅਨੁਪਾਤ ਲਿਆ ਹੈ। ਸੋ ਜਦੋਂ ਅਨੁਪਾਤ ਲੈ ਲੈਂਦੇ ਹਾਂ ਅਸੀਂ ਤਾਂ ਸਾਡੇ ਕੋਲ ਕੀ ਆ ਜਾਏਗਾ? 3.9 ਵਟਾ ਆ ਜਾਏਗਾ 3 ਬਰਾਬਰ ਆ ਗਿਆ ਸਾਡੇ ਕੋਲ 3.6, ਇੱਧਰ ਆ ਗਿਆ ਸਾਡੇ ਕੋਲ 2.4, ਠੀਕ ਹੈ। ਸੋ ਸਾਰਿਆਂ ਦਾ ਸੈਂਟੀਮੀਟਰ ਸੀ, ਸੈਂਟੀਮੀਟਰ ਸੈਂਟੀਮੀਟਰ ਸਾਡੇ ਕੈਂਸਲ ਹੋ ਗਏ। ਸੋ ਹੁਣ ਦੇਖੋ ਇੱਧਰ ਵੀ ਪੁਆਇੰਟ ਹੈ, ਇੱਧਰ ਵੀ ਪੁਆਇੰਟ ਹੈ। ਸੋ ਧਿਆਨ ਨਾਲ ਸਮਝਣਾ ਹੈ, ਪੁਆਇੰਟ ਤੋਂ ਬਾਅਦ ਇੱਕ ਸੰਖਿਆ, ਪੁਆਇੰਟ ਤੋਂ ਬਾਅਦ ਇੱਕ ਸੰਖਿਆ, ਪੁਆਇੰਟ ਨਾਲ ਪੁਆਇੰਟ ਕੈਂਸਲ। ਇਹ ਸਾਡੇ ਕੋਲ ਆ ਗਿਆ 3 9। ਇਸ ਦਾ ਪੁਆਇੰਟ ਜਿਹੜਾ ਸੀ ਉਹ ਸਾਡੇ ਕੋਲ 3 ਨਾਲ ਚੱਲ ਗਿਆ, ਨੀਚੇ 10 ਬਣ ਜਾਏਗਾ। ਸੋ ਇਹ ਆ ਗਿਆ 36 ਓਵਰ 24। ਸੋ ਕਟਿੰਗ ਕਰਦੇ ਸਾਡੇ ਕੋਲ ਆਉਂਦਾ ਹੈ 3 ਏਕਮ 3 3 ਤੀਏ 9। ਸੋ ਇਹ ਆ ਗਿਆ 3 ਏਕਮ 3 3 ਦੂਣੀ 6 3 8 24, 13 ਵਟਾ 10 ਬਰਾਬਰ 12 ਵਟਾ 8। ਹੁਣ ਇਸ ਤੋਂ ਜੇਕਰ ਅਸੀਂ ਹੋਰ ਕੱਟਦੇ ਹਾਂ ਅੱਗੇ ਤਾਂ ਸਿੰਪਲ ਦੇਖ ਲਓ ਸਾਡੇ ਕੋਲ 13 ਦੇ ਪਹਾੜੇ 'ਚ 10 ਨਹੀਂ ਆਉਂਦਾ ਅਤੇ 10 ਦੇ ਪਹਾੜੇ 'ਚ 13 ਨਹੀਂ ਆਉਂਦਾ, ਅਤੇ ਨਾ ਹੀ ਇਹ ਦੋ ਸੰਖਿਆ ਕਿਸੇ ਹੋਰ ਇੱਕ ਟੇਬਲ ਦੇ ਵਿੱਚ ਆਉਂਦੀਆਂ ਹਨ। ਸੋ ਇਹਦਾ ਮਤਲਬ ਕਿ ਇਹ ਦੋਵੇਂ ਆਪਸ ਵਿੱਚ ਜਿਹੜੇ ਅਨੁਪਾਤ ਹਨ ਆਪਸ ਵਿੱਚ ਬਰਾਬਰ ਨਹੀਂ ਹਨ। ਹੁਣ ਤੁਹਾਡੇ ਕੋਲ ਕੁਐਸਚਨ ਜਿਹੜਾ
ध्यान नाल समझना है। दो चीज़ां होणगीਆਂ, ਜਾਂ ਤਾਂ ਅਸੀਂ ਭੁਜਾਵਾਂ ਨੂੰ ਸਮਾਂਤਰ ਦਰਸਾਉਣਾ ਹੈ ਜਾਂ ਅਸੀਂ ਸਮਾਨ ਅਨੁਪਾਤ ਦੱਸਣਾ ਹੈ ਕਿ ਨਹੀਂ ਹੈ, ਜਾਂ ਅਸੀਂ ਕੋਈ ਭੁਜਾ ਪ੍ਰਾਪਤ ਕਰਨੀ ਹੈ। ਠੀਕ ਹੈ, ਜਦੋਂ ਸਮਾਂਤਰ ਭੁਜਾਵਾਂ ਦੱਸਣੀਆਂ ਹਨ, ਅਸੀਂ ਜਿਸ ਤਰ੍ਹਾਂ ਇਸ ਦੇ ਵਿੱਚ ਦੱਸਣਾ ਹੈ ਕਿ EF ਸਮਾਂਤਰ ਹੈ QR, ਦੱਸੋ। ਜਦੋਂ ਸਾਡੇ ਕੋਲ ਸਮਾਨ ਅਨੁਪਾਤ ਜਿਹੜਾ ਹੈ, ਇਹ ਅਨੁਪਾਤ ਜਿਹੜਾ ਬਰਾਬਰ ਬਣ ਜਾਏਗਾ, ਧਿਆਨ ਨਾਲ ਸਮਝੋ, ਜਦੋਂ ਇਹ ਅਨੁਪਾਤ ਸਾਡੇ ਕੋਲ ਇਕੁਅਲ ਹੋ ਜਾਏਗਾ ਤਾਂ ਸਾਡੇ ਕੋਲ ਇਹ ਦੋਵੇਂ ਭੁਜਾਵਾਂ ਆਪਸ ਦੇ ਵਿੱਚ ਸਮਾਂਤਰ ਜਿਹੜੀਆਂ ਉਹ ਹੋ ਜਾਣਗੀਆਂ। ਸੋ ਹੁਣ ਇੱਥੇ ਕੀ ਹੋਇਆ, ਸਾਡੇ ਕੋਲ ਇਹ ਦੋਵੇਂ ਜਿਹੜੀਆਂ ਇਹ ਅਨੁਪਾਤ ਜਿਹੜਾ ਬਰਾਬਰ ਨਹੀਂ ਹੋਇਆ। ਸੋ ਇਸ ਲਈ PE ਓਵਰ EQ ਬਰਾਬਰ ਨਹੀਂ ਹੈ PF ਵਟਾ FR, ਇਸ ਲਈ EF ਸਮਾਂਤਰ ਨਹੀਂ ਹੈ QR ਦੇ। ठीक है, ये आ गया साडे कोई समांतर नहीं है। फिर साडे को आंदा साडा सैकेंड पार्ट। हुण सैकेंड पार्ट दे विच थोड़ा असीं इसनूं चेंज करना है, जो भी साइड्स गिवन होणगीਆਂ असीं वो लवांगे। P कितनी है 4 सेंटीमीटर, ये है साडे को 4 सेंटीमीटर। QE है 4.5, ये आ गई 4.5। PF कितनी है 8 सेंटीमीटर, ये कितनी है RF 9 सेंटीमीटर। सो करते हैं असीं देखो यही सेम चलेगा साडे को। सो साडे को आ जाएगा 4 सेंटीमीटर ओवर आ जाएगा 4.5 सेंटीमीटर, बराबर आएगा साडे को 8 सेंटीमीटर ओवर आ जाएगा 9 सेंटीमीटर। सेंटीमीटर सेंटीमीटर सारे कैंसल हो गए साडे को हो गया 4। इस नाल पॉइंट है साडे को लगा है ऊपर चल जाएगा 10 साडे को। सो ध्यान रखना है, इस साइड ते साडे को पॉइंट ऊपर सीगा, असीं जिहड़ा 10 बनना सी वो नीचे लिखिया है। हुण नीचे वाली संख्या पॉइंट है तो असीं 10 जिहड़ा उपर लिख दिता गया, इज इक्वल टू आ गया 8/9। सो एक ही आंदा साडे को 5 9 ज़ा 45, 5 2 ज़ा 10, 4 2 ज़ा 8, 8/9 इज इक्वल टू 8/9। सो साडे को दोवें जिहड़े अनुपात है बराबर आ गए ना 8/9 8/9। सो देयरफॉर PE ओवर EQ बराबर है PF ओवर FR, इसलिए EF सो EF जिहड़ी है साडे को QR दे की हो जाएगी समांतर है। सो होएगा साडा सैकेंड पार्ट। सो थर्ड पार्ट देखते हैं। थर्ड पार्ट दे साडे को PQ कितनी दी है 1.2 सेंटीमीटर। सो देखो साडे कोल जिहड़ी कि PQ ये मान के सारी साडे को दे दी गई है 1.828 सेंटीमीटर। सो PR कितनी है 2.56 सेंटीमीटर PR। इस साइड भी साडे को ये सारी जिहड़ी कि गिवन दे दी गई है 2.56 सेंटीमीटर। सो PE कितनी है 0.18 सेंटीमीटर। सो PF कितनी है साडे को 0.36 सेंटीमीटर। हुण इत्थे तुहानूं थोड़ा जिहा डाउट हो जाएगा जां तुसीं कन्फ्यूज हो जाओगे कि साडे को एक साइड A हुंदी सी ते दूसरी A हुंदी सीगी, ਤਾਂ ਅਸੀਂ ਦੋਵਾਂ ਦਾ ਅਨੁਪਾਤ ਕਰਦੇ ਸੀ। ਇਸ ਤਰ੍ਹਾਂ ਇਹ ਭੁਜਾ ਹੁੰਦੀ ਸੀ, ਇਹ ਹੁੰਦੀ ਸੀ, ਤਾਂ ਦੋਵਾਂ ਦਾ ਅਨੁਪਾਤ ਕਰਦੇ ਸੀ। ਜੇਕਰ ਸਾਡੇ ਕੋਲ ਬਰਾਬਰ ਆਉਂਦਾ ਸੀ ਤਾਂ ਅਸੀਂ ਕਹਿ ਦਿੰਦੇ ਸੀ ਕਿ ਭੁਜਾਵਾਂ ਇਹ ਵਾਲੀਆਂ ਦੋਵੇਂ ਜਿਹੜੀਆਂ ਭੁਜਾਵਾਂ ਨੇ ਉਹ ਸਮਾਂਤਰ ਹਨ। ਹੁਣ ਇੱਥੇ ਸਾਡੇ ਕੋਲ ਇਹ ਦੋਵੇਂ ਗਿਵਨ ਨਹੀਂ ਦਿੱਤੀਆਂ ਗਈਆਂ। ਕਲੀਅਰ, ਕੋਈ ਲੋੜ ਨਹੀਂ ਕਨਫਿਊਜ਼ਨ ਹੋਣ ਦੀ, ਕੋਈ ਲੋੜ ਨਹੀਂ ਟੈਨਸ਼ਨ ਲੈਣ ਦੀ। ਸੋ ਤੁਸੀਂ ਕੀ ਕਰਨਾ ਹੈ PE ਓਵਰ ਸਾਰੀ ਸਾਈਡ PQ। ਕਲੀਅਰ, ਸੋ PF ਓਵਰ सारी साइड PR। सो सारा PR आ गया साडे को। PE कितनी है 0.18। सो सारा PQ कितना है 1.28। ठीक है, इज इक्वल टू ये आ गया 0.36, ये आ गया साडे को 2.56। सो सेंटीमीटर सेंटीमीटर सारे ना साडे को कैंसल हो गए। हुण देखो पॉइंट तो बाद कितने नंबर 2 1 and 8। इस साइड ते पॉइंट तो बाद कितने नंबर 2 नंबर 2 and 8। इत्थे साडे को पॉइंट तो बाद कितने नंबर 2 नंबर 3 6। इत्थे ही पॉइंट तो बाद कितने नंबर 5 and 6 2 नंबर। सो इस तरह जो पॉइंट तो बाद बराबर बराबर संख्यावां होण इक्वल नंबर होण तां पॉइंट साडे को जिहड़े आ कैंसल हो जाणगे। सो पॉइंट कैंसल हो गए साडे कोल। साडे कोल की आंदा है 18 तो पहला 0 सी साडे को, इकल्ला 18 आ गया। ये साडे को आ गया 128 इज इक्वल टू आ जाएगा 36 ओवर 256। सो कैंसल करते हैं असी। कटिंग करते हैं 2 9 ज़ा 18, 2 6 ज़ा 12, 2 4 ज़ा 8, 2 1 ज़ा 2, 2 8 ज़ा 16, 2 1 ज़ा 2, 2 2 ज़ा 4, 2 8 ज़ा 16।
ਇਹ ਆ ਗਿਆ ਸਾਡੇ ਕੋਲ। ਅਗੇਨ ਦੇਖੋ ਸਾਡੇ ਕੋਲ ਆਉਂਦਾ 9/64 ਇਜ਼ ਇਕੁਅਲ ਟੂ 18/128। ਇਸ ਸਾਈਡ ਤੇ ਕਟਿੰਗ ਕਰੋ, 2 9s 18, 2 6s 12, 2 4s 8, 9/64 ਇਜ਼ ਇਕੁਅਲ ਟੂ 9/64। ਸੋ ਦੋਵਾਂ ਸਾਈਡ ਤੇ ਰੇਸ਼ੋ ਦੇਖੋ ਸਾਡੇ ਕੋਲ ਜਿਹੜੀ ਉਹ ਬਰਾਬਰ ਆ ਜਾਂਦੀ ਹੈ। ਇਸ ਤੋਂ ਬਾਅਦ ਅਸੀਂ ਇਸ ਨੂੰ ਹੋਰ ਜਿਹੜਾ ਨਿਊਨਤਮ ਜਾਂ ਸਰਲ ਰੂਪ ਜਾਂ ਸਿੰਪਲੈਸਟ ਫਾਰਮ ਜਿਹੜੀ ਨਹੀਂ ਬਣਾ ਸਕਦੇ, ਮਤਲਬ ਕਿ ਇਸ ਨੂੰ ਹੋਰ ਅਸੀਂ ਕਟਿੰਗ ਜਿਹੜੀ ਉਹ ਨਹੀਂ ਕਰ ਸਕਦੇ, ਕਿਉਂਕਿ ਨਾ ਤਾਂ 9 ਦੇ ਟੇਬਲ 'ਚ 64 ਆਉਂਦਾ ਹੈ, ਨਾ ਹੀ 64 ਦੇ ਟੇਬਲ 'ਚ 9 ਤਾਂ ਆਏਗਾ ਹੀ ਨਹੀਂ, ਤੇ ਨਾ ਹੀ ਦੋਵੇਂ ਵੈਲਿਊ ਸਾਡੇ ਕੋਲ ਦੋਵੇਂ ਨੰਬਰ ਜਿਹੜੇ ਨੇ ਕਿਸੇ ਕਾਮਨ ਟੇਬਲ ਦੇ ਵਿੱਚ ਜਿਹੜੇ ਕਿ ਆਉਂਦੇ ਹਨ। ਸੋ ਇਹ ਦੋਵੇਂ ਵੈਸੇ ਸਾਡੇ ਕੋਲ ਰੇਸ਼ੋ ਜਿਹੜੀ ਉਹ ਬਰਾਬਰ ਹੋ ਗਈ। ਇਸ ਲਈ ਸਾਡੇ ਕੋਲ ਕੀ ਹੋ ਗਿਆ, ਇਹ ਟਰੂ ਪਾਇਆ ਗਿਆ। ਇਸ ਲਈ ਅਸੀਂ ਲਿਖਦੇ ਹਾਂ ਕਿ ਜਿਹੜੀ ਸਾਡੇ ਕੋਲ ਭੁਜਾ ਹੈ EF ਉਹ ਸਮਾਂਤਰ ਹੈ QR ਦੇ। ਸੋ ਇਹ ਕੀ ਹੈ ਸਾਡੇ ਕੋਲ EF ਸਮਾਂਤਰ ਹੈ QR ਦੇ। ਸੋ ਇਹ ਸੀ ਸਾਡੇ ਕੋਲ ਸਾਡਾ ਕੁਐਸਚਨ ਨੰਬਰ 2, ਜਿਸ ਦੇ ਵਿੱਚ ਸਾਡੇ ਕੋਲ 3 ਪਾਰਟਸ ਸੀਗੇ। ਸੋ ਕੁਐਸਚਨ 2 ਦੇ ਵਿੱਚ ਅਸੀਂ ਦੱਸਣਾ ਸੀ ਕਿ EF ਜਿਹੜੀ ਉਹ ਸਮਾਂਤਰ QR ਹੈ ਜਾਂ ਕਿ ਨਹੀਂ ਹੈ। ਸੋ ਉਸ ਨੂੰ ਦੱਸਣ ਦੇ ਲਈ ਸਾਡੇ ਕੋਲ ਕੀ ਹੋਣਾ ਚਾਹੀਦਾ ਹੈ, ਇਹ ਜਿਹੜੀ ਰੇਸ਼ੋ ਬਣਦੀ ਹੈ ਸਾਡੇ ਕੋਲ ਸਾਈਡਸ ਦੀ, ਜਾਂ ਇਹ ਅੱਪਰ ਸਾਈਡ ਓਵਰ ਲੋਅਰ ਸਾਈਡ, ਅੱਪਰ ਸਾਈਡ ਓਵਰ ਲੋਅਰ ਸਾਈਡ, ਇਹ ਵਾਲੀ ਰੇਸ਼ੋ, ਜਾਂ ਫਿਰ ਲੋਅਰ ਅੱਪਰ ਵੀ ਹੋ ਸਕਦਾ ਹੈ। ਇਸ ਤਰ੍ਹਾਂ ਕਰ ਲਓ, मतलब कि ऊपर वाली साइड नीचे वाली साइड, या नीचे वाली साइड ऊपर वाली साइड लिख लो, कुछ भी लिख लो। ਜਾਂ ਫਿਰ ਇਹ ਸਾਡੇ ਕੋਲ ਜੋ ਸਾਰੀ ਸਾਈਡ ਗਿਵਨ ਦਿੱਤੀ ਹੁੰਦੀ ਹੈ ਤਾਂ ਸਾਡੇ ਕੋਲ ਇਹਨਾਂ ਦੋਨਾਂ ਚੋਂ ਕੋਈ ਵੀ ਸਾਈਡ ਦਿੱਤੀ ਗਈ ਹੈ ਤਾਂ ਕਿਸੇ ਵੀ ਸਾਈਡ ਨੂੰ ਉੱਪਰ ਨੀਚੇ ਰੱਖ ਕੇ ਤੁਸੀਂ ਉਹਨਾਂ ਦੀ ਜਿਹੜੀ ਰੇਸ਼ੋ ਆ ਉਹ ਜਿਹੜੀ ਬਰਾਬਰ ਆ ਜਾਂਦੀ ਹੈ ਤਾਂ ਸਾਡੇ ਕੋਲ ਇਹ ਭੁਜਾਵਾਂ ਸਮਾਂਤਰ ਹੋਣਗੀਆਂ। ਜੇਕਰ ਨਹੀਂ ਬਰਾਬਰ ਆਉਂਦੀ, ਨਹੀਂ ਇਕੁਅਲ ਆਉਂਦੀ, ਤਾਂ ਸਾਡੇ ਕੋਲ ਸਮਾਂਤਰ ਜਿਹੜੀਆਂ ਕਿ ਨਾਟ ਪੈਰਲਲ ਸਾਈਡ ਜਿਹੜੀਆਂ ਕਿ ਆਉਣਗੀਆਂ। ਸੋ ਉਮੀਦ ਕਰਦਾ ਕਿ ਤੁਹਾਨੂੰ ਕਲਾਸ ਸਮਝ ਲੱਗ ਗਈ ਹੋਵੇਗੀ। ਸੋ ਨੈਕਸਟ ਵੀਡੀਓ, ਸੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਹਰ ਇੱਕ ਵੀਡੀਓ ਜਿਹੜੀ ਹਰ ਇੱਕ ਕਲਾਸ ਦੀ ਨੋਟੀਫਿਕੇਸ਼ਨ ਜਿਹੜੀ ਮਿਲਦੀ ਰਹੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਥੈਂਕ ਯੂ। ਮਿਲਦੇ ਹਾਂ ਨੈਕਸਟ ਕਲਾਸ ਵਿੱਚ ਨੈਕਸਟ ਕੁਐਸਚਨ ਦੇ ਨਾਲ।